लगा रहे हैं कि कड़वल ते बैंस कोल किते भी डिवेलपमेंट का कोई मुद्दा नहीं है, सिर्फ एक दूजे ते आरोप कोल है। बैंस ने तो पिछे ये भी तक कह दिता सी कि कड़वल की तो लत्तां 'च भी जान है नहीं, पुलिस के बंदे नाल खड़े हो जाते हैं तो पता नहीं पेंट 'च कुछ निकल जाता है। ਉਹ ਇਹੋ ਜਿਹੀਆਂ ਗੱਲਾਂ ਕਹਿ ਕੇ ਉਹਨੂੰ ਮਾੜੀ ਸ਼ਬਦਾਵਲੀ ਪੱਦੀ ਸ਼ਬਦਾਵਲੀ ਬੋਲ ਕੇ ਆਪਣੀ ਬੁਖਲਾਹਟ ਸਾਬਤ ਕਰ ਰਿਹਾ। ਕਦੀ ਉਹ ਕਿਸੇ ਚੌਂਕ 'ਚ ਲੜ ਰਿਹਾ, ਕੁਝ ਹੋਰ ਵੀਡੀਓ ਮੇਰੇ ਕੋਲ ਆਈਆਂ ਹੋਈਆਂ, ਲੋਕਾਂ ਨੂੰ ਡਰਾ ਧਮਕਾ ਕੇ ਇਹਨਾਂ ਨੇ ਬੋਰਡ ਲਾਉਣ ਦੀ ਕੋਸ਼ਿਸ਼ ਕੀਤੀ ਹੈ, ਅਰੋੜਾ ਸਿਨਮੇ ਦੇ ਕਿਸੇ ਦੇ ਥੱਪੜ ਮਾਰਤਾ। ਇਹ ਇਹਨਾਂ ਦੀ ਰਾਜਨੀਤੀ ਚੱਲ ਰਹੀ ਹੈ। ਕੜਵਲ ਵੀਰ ਦੇ ਖਿਲਾਫ ਉਹਦੇ ਕੋਲ ਬੋਲਣ ਲਈ ਕੋਈ ਦਾਗ ਨਹੀਂ ਹੈਗਾ। ਜਾਂ ਉਹਨੂੰ ਕਹਿ ਦੇ ਵੀ ਉਹ ਕੋਈ ਬਿਜਲੀ ਚੋਰ ਹੈ, ਜਾਂ ਉਹ ਕ੍ਰਿਮੀਨਲ ਹੈ, ਜਾਂ ਉਹ ਕੋਈ ਰੇਪਿਸਟ ਹੈ, ਇਹ ਸਾਰੇ ਉਹਦੇ ਤੇ ਆਲਰੇਡੀ ਦਾਗ ਨੇ। ਸਿਮਰਜੀਤ ਸਿੰਘ ਬੈਂਸ ਦਾ ਮੁੰਡਾ, ਉਹਨਾਂ ਦੇ SHO ਪੁਲਿਸ ਦੀ ਮੌਜੂਦਗੀ 'ਚ ਗੋਲੀ ਜਦੋਂ ਚੱਲੇਗੀ, ਇਲੈਕਸ਼ਨ ਕਮਿਸ਼ਨ ਤੋਂ ਲੈ ਕੇ ਉੱਤੇ ਜਵਾਬ ਤਾਂ ਦੇਣਾ ਹੀ ਪਏਗਾ। ਇਹ ਬੰਦਾ ਪੈਂਤਰੇਬਾਜ਼ ਬੰਦਾ ਹੈ, ਤਿੱਕੜਮਬਾਜ਼। ਇਹਦਾ ਨੈਕਸਸ ਜਿਹੜਾ ਇਹਦੇ ਕੋਲ ਜਿਹੜੀ ਪਾਵਰ ਹੈ ਨਾ, ਜਿਹੜੀ 2 ਨੰਬਰ 'ਚ ਇਕੱਠੀ ਕੀਤੀ ਹੋਈ, ਇਹਨੇ ਉੱਪਰ ਤੱਕ ਸੈਟਿੰਗ ਬਣਾ ਕੇ ਇਹਨੇ ਇਹ ਸਾਰੀ ਗੇਮ ਖੇਡੀ ਹੈ, ਜਿਹਦੇ ਕਰਕੇ ਥੋੜ੍ਹਾ ਜਿਹਾ ਰਿਲੀਫ ਇਹਨੂੰ ਇਲੈਕਸ਼ਨ ਤੱਕ ਮਿਲਿਆ। ਵੋਟਾਂ ਲੈਣ ਖਾਤਰ ਜਾਤਵਾਦ ਦੀ ਗੱਲ ਕੀਤੀ, ਉਸ ਲੜਾਈ ਦੇ ਉੱਤੇ ਰਾਮਗੜੀਆ ਭਾਈਚਾਰੇ ਦੀ ਗੱਲ ਕਰਨ ਦੀ ਕੋਸ਼ਿਸ਼ ਕੀਤੀ, ਉਹਦੇ ਬਾਰੇ ਮਾੜੇ ਸ਼ਬਦ ਬੋਲੇ ਨੇ। ਨੌਜਵਾਨਾਂ ਦੇ ਹੱਥ 'ਚ ਡਾਂਗਾ ਫੜਾ ਦਿੰਦਾ ਵੀ ਅੱਗੇ ਹੋ ਕੇ ਲੜੋ। ਉਹ ਸਾਰਿਆਂ ਨੇ ਸਾਰੀਆਂ ਵੀਡੀਓ 'ਚ ਦੇਖ ਲਏ। ਇਹ ਆਪਣੇ ਆਪ ਨੂੰ ਬੱਬਰ ਸ਼ੇਰ ਬੰਦੇ ਨੇ। ਇਹ ਹੈ ਜਾਂ ਨਹੀਂ ਹੈਗਾ? ਮੈਂ ਲੋਕਾਂ ਨੂੰ ਕਹਿਣਾ ਚਾਹੁੰਦਾ, ਇਹਦੇ ਪੱਲੇ ਕੱਖ ਨਹੀਂ ਹੈਗਾ। ਜੇ ਆਪਣੇ ਸੋਚਦਾ ਬੱਬਰ ਸ਼ੇਰ, ਤਾਂ ਸਾਨੂੰ ਵੀ ਸ਼ੇਰ ਦਾ ਸ਼ਿਕਾਰ ਕਰਨਾ ਆਉਂਦਾ। नमस्कार, मैं संदीप शर्मा एक बार फिर तुहाडे नाल रूबरू हो रहे हैं खास मुलाकात प्रोग्राम दे विच। सो लगातार चोण दे लई हुण 3 दिन रह गए हैं तो फाइनल एग्जाम होने वाला है। पर जिहड़ी लुधियाना दी हल्का आतमनगर की सीट है, उहदा जिहड़ा चोण है लगातार भखदा जा रहा है। सो नवीं आए दिन वीडियो वायरल हो रही हैं। सो ये एक होर वीडियो वायरल हुई सी, जिहदे विच दिखाया जा रहा सी कि कड़वल समर्थक खुद जिहड़े हैगे आ बैंस ते उहदे समर्थकां दे घरां 'च जाके रेडां पवा रहे, पुलिस नूं नाल लैके जा रहे हैं। सो इस सारे मामले अज असीं तुहाडे नाल रूबरू करा रहे हैं। जसविंदर राजा जी नाल पुछदे इन्हां नाल कि बैंस दे हुण किहड़े कम्मां ते आपां उतर आए हैं। राजनीति विचारां दा मतभेद हुंदा सी, हुण आप जाके रेडां करवा रहे हैं। कि ये बौखलाहट है या की चीज़ है? क्यों इदां दा कीता जा रहा है? सत श्री अकाल जी। सत श्री अकाल संदीप जी, बहुत बहुत धन्यवाद। संदीप जी, गल सिंपल एंड सोबर जी गल है। कोई भी बंदा किसी क्राइम की जगह ते मौजूद है, क्रिमिनल एक्टिविटी च मौजूद है, उनकी शनाख्त करनी, उनका घर का एड्रैस देना पुलिस नूं, जिहड़े बंदे उसनूं जानते नहीं वो तो दसणगे ना, और उनके घर पुलिस भी जाएगी। क्योंकि देखो, एक बार बार कह रहे भी झूठी FIR, ये कोई झूठी FIR नहीं है, जबकि वो खुद भी मर रहे हैं। ਉਹ ਆਪ ਕਹਿੰਦੇ ਨੇ ਵੀ ਅਸੀਂ ਇੰਨੇ ਬੰਦੇ ਉੱਥੇ ਮੌਕੇ 'ਤੇ ਮੌਜੂਦ ਸੀ, ਇੰਨੇ ਬੰਦੇ ਨਹੀਂ ਸੀਗੇ। ਇੱਥੋਂ ਇੱਕ ਗੱਲ ਤਾਂ ਆਪ ਇੱਕ ਅਸੈਪਟ ਕਰ ਰਹੇ ਨੇ ਵੀ ਕ੍ਰਾਈਮ ਦੀ ਪੋਜੀਸ਼ਨ ਜਿਹੜੀ ਮੌਕਾ ਸੀ ਹੈ, ਉੱਥੇ ਉਹ ਮੌਜੂਦ ਸੀਗੇ। ਜਿਹੜੇ ਬੰਦੇ ਮੌਜੂਦ ਸੀ, ਜਿਨ੍ਹਾਂ ਦੇ ਘਰ ਪੁਲਿਸ ਗਈ ਹੈ, ਉਹ ਪੁਲਿਸ ਦੀ ਆਪਣੀ ਐਕਟੀਵਿਟੀ ਹੈ। ਪੁਲਿਸ ਨੂੰ ਜਿੰਦੇ ਐਡਰੈਸ ਦੀ ਨਹੀਂ ਪਤਾ ਸੀ, ਉਹਦੇ ਉੱਤੇ ਉਹਨੂੰ ਸ਼ਨਾਖਤ ਕਰਾਏਗੀ ਵੀ ਇਸ ਬੰਦੇ ਦਾ ਘਰ ਹੈ। ਕਿਉਂਕਿ ਵੀਡੀਓ ਕਹਿੰਦੇ ਕਿ ਮਰੇ ਹੋਏ ਬੰਦਿਆਂ ਦੇ ਉੱਪਰ ਵੀ ਪਰਚੇ ਦਰਜ ਕਰਾ ਦਿੱਤੇ, ਉਹ ਵੀ ਅਗਲਾ ਤੁਹਾਡਾ ਮਖੌਲ ਉਡਾ ਰਿਹਾ, ਕਹਿ ਰਿਹਾ। ਦੇਖੋ, ਇਹਨਾਂ ਕੋਲ ਕਹਿਣ ਕਰਨ ਨੂੰ ਕੁਝ ਹੈ ਨਹੀਂ, ਕਿਉਂਕਿ ਨਾ ਤਾਂ ਇਹ ਕੋਈ ਡਿਵੈਲਪਮੈਂਟ ਦੀ ਗੱਲਾਂ ਕਰਦੇ, ਨਾ ਕੁਛ ਇਹ ਗੱਲ ਕਰਦੇ ਨੇ। ਖੁਦ ਗੁੰਡਾਗਰਦੀ ਕਰਕੇ ਤੇ ਦੂਜਿਆਂ ਨੂੰ ਗੁੰਡਾਗਰਦੀ ਦੇ ਟੈਗ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਇਲਾਕੇ ਦੇ ਲੋਕ ਭਲੀ ਭਾਂਤੀ ਜਾਣੂ ਨੇ। ਜਿਹੜੀ ਗੱਲ ਤੁਸੀਂ ਕੀਤੀ ਵੀ ਜਿਹੜੇ ਬੰਦੇ ਦੀ ਤੁਸੀਂ ਗੱਲ ਕੀਤੀ ਹੈ ਝੂਠੀ FIR ਦੀ, ਦੇਖੋ ਹੁਣ ਕਿਸੇ ਬੰਦੇ ਦੇ ਨਾਂ ਦਾ ਕਿਸੇ ਨੂੰ ਕਨਫਿਊਜ਼ਨ ਹੋ ਸਕਦੀ ਵੀ, ਹੋ ਸਕਦਾ ਵੀ ਰਵੀ ਫੁੱਟਾ ਤੇ ਉਹਦਾ ਮੁੰਡਾ, ਜੈ ਵੀ ਹੋ ਸਕਦਾ ਵੀ ਜਿਹਨੂੰ ਰਵੀ ਫੁੱਟਾ ਮੰਨਿਆ ਜਾ ਰਿਹਾ ਉਹ ਮੁੰਡਾ ਸੀਗਾ, ਰਵੀ ਫੁੱਟਾ ਉਹਦਾ ਫਾਦਰ ਸੀਗਾ। ਇੰਨਾ ਕੁ ਤਾਂ ਨਿਆਣਾ ਕੋਈ ਵੀ ਨਹੀਂ ਹੁੰਦਾ। ਜੇ ਤੁਸੀਂ ਕਿਸੇ ਦਾ ਝੂਠੀ FIR 'ਚ ਨਾ ਪਵਾਉਣ ਜਾਓਗੇ ਤਾਂ ਤੁਹਾਨੂੰ ਇੰਨਾ ਕੁ ਤਾਂ ਪਤਾ ਹੋਊਗਾ, ਅਗਰ ਤੁਹਾਡੀ ਉਹਦੇ ਨਾਲ ਕੋਈ ਰੰਜਿਸ਼ ਹੈ, ਕੋਈ ਦੁਸ਼ਮਣੀ ਹੈ, ਵੀ ਉਹ ਬੰਦੇ ਦਾ ਨਾਂ ਪਾ ਰਹੇ ਹੋ ਜਿੰਦਾ ਵੀ ਹੈ ਕਿ ਨਹੀਂ। ਹਵਾ 'ਚ ਤਾਂ ਕੋਈ ਵੀ ਨਹੀਂ ਨਾਮ ਪਾਉਂਦਾ। ਜਿਹੜੀ ਮਿਸਕਮਿਊਨੀਕੇਸ਼ਨ ਹੈ ਜਾਂ ਜਿਹੜੀ ਪੁਲਿਸ ਦੀ ਕਾਰਵਾਈ ਹੈ, ਉਹ ਪੁਲਿਸ ਨੇ ਖੁਦ ਕਰਨੀ ਹੈ। ਸਾਡਾ ਉਹਦੇ 'ਚ ਕੋਈ ਇਨਵੋਲਵੇਸ਼ਨ ਨਹੀਂ ਹੈ। ਜਿਹੜਾ ਦੋਸ਼ੀ ਹੋਏਗਾ ਉਹ ਸਲਾਖਾਂ ਦੇ ਪਿੱਛੇ ਜਾਊਗਾ, ਜਿਹੜਾ ਨਿਰਦੋਸ਼ ਉਹ ਬਰੀ ਹੋ ਜਾਊਗਾ। ਸਾਡਾ ਇਹਦੇ 'ਚ ਕੋਈ ਰੋਲ ਨਹੀਂ ਹੈਗਾ ਜੀ। पर कुल मिला के जे गलबात करिए तो 4 दिन रह गए। आप किसी लोकी बाकी भी होर कैंडीडेट है, वो सारे आरोप लगा रहे हैं कि कड़वल ते बैंस कोल किते भी डिवेलपमेंट का कोई मुद्दा नहीं है, सिर्फ एक दूजे ते आरोप कोल है। बैंस ने तो पिछे ये भी तक कह दिता सी कि कड़वल की तो लत्तां 'च भी जान है नहीं, पुलिस के बंदे नाल खड़े हो जाते हैं तो पता नहीं पेंट 'च कुछ निकल जाता है। ਤੁਸੀਂ ਇੱਥੋਂ ਹੀ ਦੇਖ ਲਓ, ਮੈਂ ਵੀ ਸੁਣੀ ਸੀ। ਉਹ ਕਹਿੰਦਾ 8 ਸਾਲ ਤੋਂ ਬੋਲ ਰਿਹਾ, ਮੂੰਹ ਦੀ ਸੋ ਐਂਡ ਸੋ ਬਿਮਾਰੀ ਹੈਗੀ ਹੈ, ਬਵਾਸੀਰ ਹੈ। ਇੱਥੋਂ
ਇਹ ਸਭ ਕੁਝ ਸਾਰੀ ਚੀਜ਼ ਸਾਬਤ ਕਰ ਰਹੀ ਹੈ ਕਿਉਂਕਿ ਸਿਮਰਜੀਤ ਸਿੰਘ ਬੈਂਸ ਕੋਲ ਜੀ ਆਪਣੇ ਹੀ ਸਾਥੀ ਵਾਸਤੇ ਕਹਿਣ ਲਈ ਕੋਈ ਗੱਲ ਨਹੀਂ ਹੈਗੀ। ਉਹ ਇਹੋ ਜਿਹੀਆਂ ਗੱਲਾਂ ਕਹਿ ਕੇ ਉਹਨੂੰ ਮਾੜੀ ਸ਼ਬਦਾਵਲੀ ਭੱਦੀ ਸ਼ਬਦਾਵਲੀ ਬੋਲ ਕੇ ਆਪਣੀ ਬੁਖਲਾੜ ਸਾਬਤ ਕਰ ਰਿਹਾ, ਫਰਸਟ੍ਰੇਸ਼ਨ ਸਾਬਤ ਕਰ ਰਿਹਾ। ਤੁਸੀਂ ਇੱਕ ਗੱਲ ਦੱਸੋ, ਕਿਤੇ ਐਸਾ ਇਨਸੀਡੈਂਟ ਹੋਇਆ ਵੀ ਕਮਲਜੀਤ ਸਿੰਘ ਕੜਵਲ ਜਾਂ ਉਹਨਾਂ ਦੇ ਬੱਚੇ ਜਾਂ ਕੋਈ ਟੀਮ ਕਿਸੇ ਬੋਰਡ ਵਾਲੀ ਥਾਂ ਤੇ ਮਿਲੇ ਹੋਣ ਜਾਂ ਲੜਦੇ ਹੋਣ? ਕਿਸੇ ਜਗ੍ਹਾ ਤੇ ਐਸਾ ਕੋਈ ਇਨਸੀਡੈਂਟ ਹੋਇਆ ਵੀ ਉਹ ਉੱਥੇ ਪ੍ਰਚਾਰ ਕਰ ਰਹੇ ਹੋਣ ਡੋਰ ਟੂ ਡੋਰ ਉਹਨਾਂ ਤੇ ਅਟੈਕ ਕਰਨ ਲਈ ਕਮਲਜੀਤ ਸਿੰਘ ਕੜਵਲ ਆਏ? ਇਹ ਸਾਰਾ ਕੁਝ ਐਵੀਡੈਂਸ ਦੀ ਰੂਪ ਦੇ ਵਿੱਚ ਪ੍ਰੂਵ ਹੋ ਚੁੱਕਾ ਹੈ। ਕਦੀ ਇਹਦਾ ਮੁੰਡਾ ਕੁਲਵੰਤ ਸਿੰਘ ਸਿੱਧੂ ਦੇ ਬੰਦਿਆਂ ਨਾਲ ਲੜ ਰਿਹਾ, ਕਦੀ ਉਹ ਕਿਸੇ ਚੌਂਕ 'ਚ ਲੜ ਰਿਹਾ। ਕੁਝ ਹੋਰ ਵੀਡੀਓ ਮੇਰੇ ਕੋਲ ਆਈਆਂ ਹੋਈਆਂ, ਲੋਕਾਂ ਨੂੰ ਡਰਾ ਧਮਕਾ ਕੇ ਇਹਨਾਂ ਨੇ ਬੋਰਡ ਲਾਉਣ ਦੀ ਕੋਸ਼ਿਸ਼ ਕੀਤੀ ਹੈ, ਅਰੋੜਾ ਸਿਨੇਮੇ ਦੇ ਕਿਸੇ ਦੇ ਥੱਪੜ ਮਾਰਤਾ। ਇਹ ਇਹਨਾਂ ਦੀ ਰਾਜਨੀਤੀ ਚੱਲ ਰਹੀ ਹੈ। ਇਸੇ ਰਾਜਨੀਤੀ ਨੂੰ ਗੁੰਡਾਗਰਦੀ ਕਰਕੇ ਇਹ ਆਪਣੇ ਦਬਾਅ ਹੇਠ ਪਹਿਲੇ ਵੀ ਜਿੱਤਣ ਦੀ ਕੋਸ਼ਿਸ਼ ਕੀਤੀਆਂ, ਜਿੱਤੇ ਵੀ ਨੇ, ਹੁਣ ਵੀ ਇਹ ਕਰਨਾ ਚਾਹੁੰਦੇ। ਪਰ ਆਤਮਨਗਰ ਦੇ ਲੋਕ ਸਿਆਣੇ ਹੋ ਗਏ, 10 ਸਾਲਾਂ ਦੇ 'ਚ ਇਹਨੇ ਕੀਤੇ ਕਾਰਜਕਾਲ ਦਾ ਉਹ ਏਜੰਡਾ ਕੱਢੀ ਬੈਠੇ ਨੇ। ਗੱਲ ਰਹਿ ਗਈ ਡਿਵੈਲਪਮੈਂਟ ਦੀ, ਇਹ ਬੜੀ ਵੱਡੀ ਗੱਲ ਹੈ। ਸਿਮਰਜੀਤ ਸਿੰਘ ਬੈਂਸ ਅੱਜ ਵੀ ਸਟੇਜਾਂ ਤੇ ਖੜ ਕੇ ਪੱਦੀ ਸ਼ਬਦਾਵਲੀ ਬੋਲ ਰਿਹਾ ਔਰ ਕੜਵਲ ਵੀਰ ਦੇ ਖਿਲਾਫ ਉਹਦੇ ਕੋਲ ਬੋਲਣ ਲਈ ਕੋਈ ਦਾਗ ਨਹੀਂ ਹੈਗਾ। ਜਾਂ ਉਹਨੂੰ ਕਹਦੇ ਵੀ ਉਹ ਕੋਈ ਬਿਜਲੀ ਚੋਰ ਹੈ, ਜਾਂ ਉਹ ਕ੍ਰਿਮੀਨਲ ਹੈ, ਜਾਂ ਉਹ ਕੋਈ ਰੇਪਿਸਟ ਹੈ, ਇਹ ਸਾਰੇ ਉਹਦੇ ਤੇ ਆਲਰੇਡੀ ਦਾਗ ਨੇ। ਫਿਰ ਦੂਜੇ ਪਾਸੇ ਗੱਲ ਆ ਜੀਏ, ਉਹ ਸਟੇਜਾਂ ਤੇ ਖੜ ਕੇ ਆਹੀ ਕੁਝ ਭੰਡੀ ਪ੍ਰਚਾਰ ਕਰੀ ਯਾਰ, ਉਹਨੇ ਆਹ ਕੀਤਾ, ਝੂਠੀ FIR ਕਰਤੀ, ਦੂਜਾ ਕਰਤਾ। ਕਿਤੇ ਵੀ ਕਿਸੇ ਸਟੇਜ ਤੇ ਕਿਸੇ ਨੇ ਸੁਣਿਆ ਹੋਵੇ ਆਤਮਨਗਰ ਵਾਸਤੇ ਅੱਜ ਵੀ ਪਿਛਲੇ 10 ਸਾਲਾਂ ਵਿਧਾਨ ਸਭਾ 'ਚ ਕਦੀ ਨਹੀਂ ਬੋਲੇ, ਕਿਸੇ ਕਾਰਪੋਰੇਸ਼ਨ 'ਚ ਮੇਅਰ ਕੋਲ ਨਹੀਂ ਗਏ, ਕਿਸੇ ਕਮਿਸ਼ਨਰ ਕੋਲ ਗਏ ਨੇ ਵੀ ਕੋਈ ਡਿਵੈਲਪਮੈਂਟ ਦੀ ਗੱਲ ਕੀਤੀ ਹੋਵੇ। ਉਹਨਾਂ ਨੂੰ ਡਰ ਕਿਉਂ ਲੱਗ ਰਿਹਾ? ਰਾਤੀ ਸੁਪਨੇ 'ਚ ਡਰ ਲੱਗ ਰਿਹਾ ਕਿਉਂਕਿ ਲੋਕਾਂ ਨੇ MLA ਇਸ ਕਰਕੇ ਚੁਣਿਆ ਸੀ ਕਿਉਂਕਿ ਇਹ ਇਲਾਕਾ ਪਛੜਿਆ ਹੋਇਆ ਸੀਗਾ, ਮਿਹਨਤਕਸ਼ ਲੋਕਾਂ ਦਾ ਇਲਾਕਾ ਸੀ। ਦਿਹਾਤੀ 'ਚੋਂ ਸ਼ਹਿਰੀ 'ਚ ਕਨਵਰਟ ਕੀਤਾ ਪਰ ਸੁੱਖ ਸੁਵਿਧਾਵਾਂ ਨਹੀਂ ਸੀਗੀਆਂ, ਉਸ ਲਈ MLA ਬਣਾਇਆ ਗਿਆ। ਪੂਰੀ ਟੀਮ ਨੂੰ ਕੌਂਸਲ ਜਿੱਤੇ, ਫਿਰ MLA ਬਣੇ। ਉਹ ਸਾਰਿਆਂ ਦੇ ਵਿੱਚੋਂ ਨਿਕਲ ਕੇ ਕਮਲਜੀਤ ਸਿੰਘ ਕੜਵਲ ਨੇ, ਉਹੀ ਉਹ ਸਾਰੀ ਟੀਮ ਜਿਹੜੀ ਇਹਨਾਂ ਦੇ ਨਾਲ ਉਹਦੇ ਪਰਮਿੰਦਰ ਸਿੰਘ ਸੋਮਾ, ਸਤਪਾਲ ਲਿਆਰਾ, ਰਣਜੀਤ ਸਿੰਘ ਉੱਬੀ, ਜਿੰਨੇ ਵੀ ਜਸਵਿੰਦਰ ਠੁਕਰਾਲ, ਜਿੰਨੇ ਵੀ ਲੋਕ ਸੀ, ਸਾਰੇ ਜਿਹੜੇ ਇਹਨੂੰ ਛੱਡ ਕੇ ਆਏ, ਜਿਹੜੀਆਂ ਧਮਕੀਆਂ ਦਿੰਦੇ ਇਹਨੂੰ ਛੱਡ ਕੇ ਆਈ, ਉਹ ਟੀਮ ਇੱਧਰ ਜੁੜੀ ਤੇ ਡਿਵੈਲਪਮੈਂਟ ਦੇ ਕੰਮ ਸ਼ੁਰੂ ਹੋਏ। ਕਮਲਜੀਤ ਸਿੰਘ ਕੜਵਲ ਨੇ ਹਾਰਨ ਤੋਂ ਬਾਅਦ ਵੀ ਇੱਕ ਪੋਰਟਫੋਲੀਓ ਸਿਰਫ ਪਾਰਟੀ ਦਾ ਉਹ ਲੈ ਕੇ ਵੀ ਪਾਰਟੀ ਤੋਂ ਫੰਡ ਲੈ ਕੇ ਆਉਂਦੇ, ਕਾਰਪੋਰੇਸ਼ਨ 'ਚ ਫੰਡ ਪਵਾਏ, ਇੰਪਰੂਵਮੈਂਟ ਟਰਸਟ 'ਚ ਪਵਾਏ, ਗਲਾਡਾ 'ਚ ਪਵਾਏ, ਉਹ ਉੱਥੋਂ ਦੀ ਪ੍ਰੋਜੈਕਟ ਪਾਸ ਕਰਾਏ ਜਿਹੜੇ ਡਿਵੈਲਪਮੈਂਟ ਦੇ ਕੰਮ ਤੁਰੇ ਔਰ ਡਿਵੈਲਪਮੈਂਟ ਦੀ ਇੱਕ ਨਵੀਂ ਜਿਹੜੀ ਪਿਰਤ ਪਾਈ ਔਰ ਲੀਹ ਤੋਰੀ ਇਸ ਹਲਕੇ ਦੇ ਵਿੱਚ, ਜਿੰਦੇ ਕਰਕੇ ਕੋਈ ਮੈਂ ਉਹਦਾ ਸਮਰਥਕ ਹੋਣ ਕਰਕੇ ਕੜਵਲ ਦੀ ਇਸ ਟਾਈਮ ਬੱਲੇ ਬੱਲੇ ਨਹੀਂ ਹੋ ਰਹੀ, ਜਾਂ ਕਮਲਜੀਤ ਸਿੰਘ ਕੜਵਲ ਦੀ ਬੱਲੇ ਬੱਲੇ ਇਸ ਕਰਕੇ ਨਹੀਂ ਹੋ ਰਹੀ। ਕਮਲਜੀਤ ਸਿੰਘ ਕੜਵਲ ਡਿਜ਼ਰਵ ਕਰਦਾ, ਉਹਨੇ ਆਪਣੀ ਬੱਲੇ ਬੱਲੇ ਆਪਣੇ ਕੰਮਾਂ ਨਾਲ ਕਰਾਈ ਹੈ। ਉਹ ਲੋਕ ਇਸ ਲਈ ਬੱਲੇ ਬੱਲੇ ਕਰ ਰਹੇ ਨੇ ਤੇ ਉਹਨੂੰ ਇਸ ਟਾਈਮ ਉਹ ਮੋਢਿਆਂ ਤੇ ਚੁੱਕੀ ਫਿਰ ਰਹੇ ਨੇ। ਮੈਂ ਜਸਵਿੰਦਰ ਜੀ ਇਹ ਪੁੱਛਣਾ ਚਾਹਾਂਗਾ, ਤੁਸੀਂ ਜਿਵੇਂ ਪਰਚਾ ਕਰਾਇਆ, ਸ਼ਨਾਖਤ ਕਰਾਈ, ਘਰਾਂ 'ਚ ਜਾ ਕੇ ਤੁਸੀਂ ਕਿਹਾ ਜੀ ਸ਼ਨਾਖਤ, ਤੁਸੀਂ ਪਰਚਾ ਸ਼ਨਾਖਤ ਤੁਹਾਡੇ ਲਈ ਇਹ ਕਿਹੜੀ ਵੱਡੀ ਗੱਲ ਹੈ? ਉਹ ਉਹਦੇ ਤੇ ਕਰਾ ਰਹੇ ਹੋ ਜਿਹਦੇ ਤੇ ਪਹਿਲਾਂ ਇੱਕ ਪਰਚਾ ਹੋਇਆ ਹੈ, ਉੱਤੇ ਉਹਦੇ ਨਾਨ ਅਵੇਲੇਬਲ ਵਾਰੰਟ ਨਿਕਲੇ ਹੋਏ। ਤੁਹਾਡੀ ਆਪਣੀ ਸਰਕਾਰ ਸੀਗੀ, ਜੇ ਇੰਨੀ ਹੀ ਕੜਵਲ ਜੀ ਦੀ ਚਲਦੀ ਸੀ ਤੇ ਉਹ ਇੱਕ ਬੰਦਾ ਜਿਹਦੇ ਤੇ ਨਾਨ ਅਵੇਲੇਬਲ ਵਾਰੰਟ ਨਿਕਲੇ ਹੋਇਆ ਉਹ ਤਾਂ ਅੰਦਰ ਨਹੀਂ ਕਰਾ ਪਾਏ, 2 ਪਰਚੇ ਹੋਰ ਕਰਾ ਕੇ ਤੁਸੀਂ ਕਿਹੜਾ ਕੁਝ ਕਰ ਲੈਣਾ ਸੀਗਾ? ਸੋ ਮਤਲਬ ਇਹ ਗੱਲਾਂ ਨਾ ਕਹਿਣ 'ਚ ਹੋਰ ਹੈ, ਮਤਲਬ ਇਹ ਤਾਂ ਹੈ ਕੁਛ ਨਹੀਂ। ਸੰਦੀਪ ਜੀ ਇਹਦੇ 'ਚ ਇੱਕ ਗੱਲ ਕਲੀਅਰ ਕਰਦੇ ਹਾਂ, ਨਾ ਤਾਂ ਅਸੀਂ ਚੂੜੀਆਂ ਦਾ ਸਹਾਰਾ ਲੈਂਦੇ ਹਾਂ ਜੀ ਤੇ ਨਾ ਪਰਚਿਆਂ ਵਾਲੀ ਰਾਜਨੀਤੀ 'ਚ ਪੈਂਦੇ ਹਾਂ। ਇਹ ਸਿਮਰਜੀਤ ਸਿੰਘ ਬੈਂਸ ਬਹੁਤ ਭਲੀ ਭਾਂਤੀ ਜਾਣਦਾ ਵੀ ਔਰ ਉਹ ਕਰਨਾ ਵੀ ਜਾਣਦਾ ਹੈ। ਜਿਹੜੇ ਤੁਸੀਂ ਸਰਕਾਰ ਦੀ ਗੱਲ ਕਰ ਰਹੇ ਹੋ, ਅਸੀਂ ਸੱਤਾ ਦਾ ਸੁੱਖ ਭੋਗਣ ਲਈ ਸੱਤਾ ਦੇ ਵਿੱਚ ਨਹੀਂ ਆਏ ਜਾਂ ਪਾਰਟੀਆਂ ਨਾਲ ਨਹੀਂ ਜੁੜੇ, ਨਾ ਹੀ ਕਮਲਜੀਤ ਸਿੰਘ ਕੜਵਲ ਨੇ ਸੱਤਾ ਦੇ ਸੁੱਖ ਦੀ ਲੈਣ ਲਈ ਜਾਂ ਸੱਤਾ ਦੇ ਨਸ਼ੇ 'ਚ ਕੋਈ ਇਹੋ ਜਿਹਾ ਕੰਮ ਕੀਤਾ ਹੈ। ਜੇ ਇਹ ਚੀਜ਼ਾਂ ਕਰਦੇ ਕਿ ਤੁਹਾਨੂੰ ਲੱਗਦਾ ਵੀ ਸਿਮਰਜੀਤ ਸਿੰਘ ਬੈਂਸ ਬਾਹਰ ਆ ਸਕਦਾ ਸੀਗਾ? ਸਿਮਰਜੀਤ ਸਿੰਘ ਸੁਣ ਲਓ ਇਸ ਚੀਜ਼ ਤੇ ਅਸੀਂ ਕਾਰਵਾਈਆਂ 'ਚ ਪਏ ਨਹੀਂ ਅੱਜ ਤੱਕ। ਕਦੀ ਕਮਿਸ਼ਨਰ ਨੂੰ ਨਹੀਂ ਕਿਹਾ, ਕਦੀ SHO ਨੂੰ ਨਹੀਂ ਕਿਹਾ ਵੀ ਤੁਸੀਂ ਆਹ ਕਾਰਵਾਈ ਕਰੋ। ਜਿਹੜਾ ਉਦੋਂ ਕਾਰਵਾਈ ਹੋਈ ਹੈ ਉਹ ਇਲੈਕਸ਼ਨ ਕੋਡ ਲੱਗੇ ਹੋਏ ਨੇ, ਜੋ ਉੱਥੋਂ ਦੇ ਹਾਲਾਤ ਬਣੇ ਉਹਨਾਂ ਦੇ SHO ਤੱਕ ਤੇ ਗੱਲ ਪਿਆ। ਮੈਂ ਪਿਛਲੀ ਇੱਕ ਵੀਡੀਓ ਦੇ ਵਿੱਚ ਸਾਰੀ ਕਲੈਰੀਫਾਈਡ ਕੀਤਾ। ਸਿਮਰਜੀਤ ਸਿੰਘ ਬੈਂਸ ਦਾ ਮੁੰਡਾ, ਉਹਨਾਂ ਦੇ SHO ਪੁਲਿਸ ਦੀ ਮੌਜੂਦਗੀ 'ਚ ਗੋਲੀ ਜਦੋਂ ਚੱਲੇਗੀ, ਇਲੈਕਸ਼ਨ ਕਮਿਸ਼ਨ ਤੋਂ ਲੈ ਕੇ ਉੱਤੇ ਜਵਾਬ ਤਾਂ ਦੇਣਾ ਹੀ ਪਏਗਾ। ਹਾਂ, ਜਿਹੜਾ ਹਮਲਾ ਹੋਇਆ ਉਹਦੇ ਰਿਗਾਰਡਿੰਗ ਇੱਕ ਐਪਲੀਕੇਸ਼ਨ ਜ਼ਰੂਰ ਪੁਲਿਸ ਨੂੰ ਦਿੱਤੀ ਗਈ ਸੀ, ਬਿਆਨ ਦਿੱਤਾ ਗਿਆ ਸੀ, ਐਪਲੀਕੇਸ਼ਨ ਦਿੱਤੀ ਗਈ ਸੀ ਵੀ ਉੱਥੇ ਮੌਕਾ ਵਾਰਦਾਤ 'ਤੇ ਕੀ ਕੁਛ ਹੋਇਆ, ਉਹਦੇ ਬਾਰੇ ਜਾਣਕਾਰੀ ਇਨਫੋਰਮੇਸ਼ਨ ਦਿੱਤੀ ਸੀ, ਜਿੰਦੇ ਮੁਤਲਕ ਪੁਲਿਸ ਨੇ ਆਪ ਖੁਦ ਕਾਰਵਾਈ ਕੀਤੀ ਹੈ। ਹੁਣ ਉਹਦੇ ਵਿੱਚ ਟੈਕਨੀਕਲ ਰੂਪ ਦੇ ਵਿੱਚ ਜਾਂ ਜਿੱਦਾਂ ਮਰਜ਼ੀ ਇਹਨੇ ਪਲੀ ਲੈ ਲਈ, ਇਹ ਕੋਈ ਬਚ ਨਹੀਂ ਗਿਆ, ਨਾ ਇਹਦੇ ਕੋਈ ਸਾਥੀ ਬਚੇ ਨੇ। ਇਹ ਵੀ ਤੁਹਾਨੂੰ ਦੱਸਦੇ ਹਾਂ, ਨਾ ਇਹ ਬਚਿਆ ਨਾ ਇਹਦੇ ਕੋਈ ਸਾਥੀ ਬਚੇ ਨੇ। ਇਹ ਬੰਦਾ ਪੈਂਤਰੇਬਾਜ਼ ਬੰਦਾ, ਤਿਕੜਮਬਾਜ਼। ਇਹਦਾ ਨੈਕਸਸ ਜਿਹੜਾ ਇਹਦੇ ਕੋਲ ਜਿਹੜੀ ਪਾਵਰ ਹੈ ਨਾ, ਜਿਹੜੀ 2 ਨੰਬਰ 'ਚ ਇਕੱਠੀ ਕੀਤੀ ਹੋਈ, ਇਹਨੇ ਉੱਪਰ ਤੱਕ ਸੈਟਿੰਗ ਬਣਾ ਕੇ ਇਹਨੇ ਇਹ ਸਾਰੀ ਗੇਮ ਖੇਡੀ ਹੈ, ਜਿਹਦੇ ਕਰਕੇ ਥੋੜ੍ਹਾ ਜਿਹਾ ਰਿਲੀਫ ਇਹਨੂੰ ਇਲੈਕਸ਼ਨ ਤੱਕ ਮਿਲਿਆ।
ਉਸ ਤੋਂ ਬਾਅਦ ਪਾਣੀ ਦਾ ਪਾਣੀ ਕਲੀਅਰ ਸਾਰਾ ਹੋ ਜਾਊਗਾ ਵੀ ਗੋਲੀ ਚਲਾਈ ਕਿ ਨਹੀਂ ਚਲਾਈ, ਕਿਉਂਕਿ ਅਖਬਾਰਾਂ 'ਚ ਵੀ ਆ ਗਿਆ, ਮੌਕੇ 'ਤੇ ਮੌਜੂਦ ਸੀਗੇ। ਇਹ ਜਿੰਨਾ ਮਰਜ਼ੀ ਡਿਨਾਈ ਕਰਨ, ਔਰ ਜਿਹੜੇ ਬੰਦੇ ਇਹ ਜਿਨ੍ਹਾਂ ਦੇ ਰੇਡ ਦੀ ਗੱਲ ਹੈ ਜਾਂ ਕੋਈ ਦੂਜੇ ਹੁਣ ਉਹ ਫੜਾ ਮਾਰਦੇ ਫਿਰਦੇ ਨੇ, ਕੰਧਾ ਟੱਪ ਕੇ ਭੱਜਦੇ ਨਾ। ਜੇ ਤੁਸੀਂ ਬੇਗੁਨਾਹ ਹੋ ਤਾਂ ਉਹ ਤੇ ਪੁਲਿਸ ਨੂੰ ਸਰੈਂਡਰ ਕਰਦੇ, ਬਹਿੰਦੇ ਪੁਲਿਸ ਕੋਲ ਵੀ ਅਸੀਂ ਮੌਕੇ 'ਤੇ ਸੀਗੇ ਜਾਂ ਨਹੀਂ ਸੀਗੇ। ਪਰ ਜੇ ਗੱਲਬਾਤ ਕਰੀਏ, ਤੁਸੀਂ ਕਹਿ ਰਹੇ ਉੱਪਰ ਤਾਂ ਪੰਜਾਬ 'ਚ ਤਾਂ ਸਰਕਾਰ ਹੀ ਤੁਹਾਡੀ ਸੀ, ਉਹੀ ਤਾਂ ਅਸੀਂ ਕਹਿ ਰਹੇ ਹਾਂ, ਮਤਲਬ ਉੱਪਰ ਤੱਕ ਕੀ ਹੋਇਆ? ਮੈਂ ਸਿੱਧੀ ਸਾਹਿਬ ਮੈਂ ਇਹਦੇ ਕੋਈ ਡਿਨਾਈ ਨਹੀਂ ਕਰਦਾ। ਇਹ ਪੈਂਤਰੇਬਾਜ਼ ਬੰਦਾ ਪੰਜਾਬ ਦੇ ਵਿੱਚ ਵੀ ਸਰਕਾਰ ਦੇ ਵਿੱਚ ਜਾਂ ਬਿਊਰੋਕ੍ਰੇਸੀ ਦੇ ਵਿੱਚ ਇੱਕ ਨੈਕਸਸ ਸਿਸਟਮ ਹੁੰਦਾ ਹੈ, ਇਹ ਹੁੰਦੇ 'ਚ ਬਹੁਤ ਮਾਹਰ ਬੰਦਾ ਹੈ ਜਿਹੜੀ ਹੁਣ ਤੱਕ ਖੇਡਦਾ ਆਇਆ, ਪਰ ਇਹਦੀ ਹੁਣ ਖੇਡ ਚੱਲਣੀ ਨਹੀਂ, ਕਿਉਂਕਿ ਜਿਨ੍ਹਾਂ ਲੋਕਾਂ ਦੇ ਨੁਮਾਇੰਦਾ ਬਣਾਇਆ ਸੀਗਾ ਉਹਨਾਂ ਨੇ ਇਹਨੂੰ ਲਾਹਣ ਦਾ ਮਨ ਬਣਾਇਆ ਹੋਇਆ, ਜਿੰਦੇ ਕਰਕੇ ਇਹਦੀ ਬੁਖਲਾਹਟ, ਇਹਦੀ ਫਰਸਟ੍ਰੇਸ਼ਨ ਇੱਥੋਂ ਤੱਕ ਹਾਵੀ ਹੋ ਚੁੱਕੀ ਹੈ। ਇਹ ਇੱਦਾਂ ਦੀ ਸ਼ਬਦਾਵਲੀਆਂ ਬੋਲਦਾ, ਇਹਦੇ ਲੋਕ ਕਦੀ ਕੋਈ ਡਿਵੈਲਪਮੈਂਟ ਦੀ ਗੱਲ ਨਹੀਂ ਕਰ ਰਹੇ। ਕਮਲਜੀਤ ਸਿੰਘ ਕੜਵਲ ਤੁਸੀਂ ਸੁਣ ਲਿਆ, ਉਹਨੇ ਕੋਈ ਮਾੜਾ ਲਫ਼ਜ਼ ਬੋਲਿਆ ਕਿਸੇ ਵੀ ਸਟੇਜ 'ਤੇ ਉਹਨੇ ਕਿਹਾ ਹੋਵੇ? ਉਹ ਡਿਵੈਲਪਮੈਂਟ ਦੀਆਂ ਗੱਲਾਂ ਕਰ ਰਿਹਾ, ਉਹ ਵੋਟਾਂ ਦਾ ਮੁੱਲ ਮੋੜਨ ਦੀ ਗੱਲ ਕਰ ਰਿਹਾ, ਜਿਹੜਾ ਕਿ ਉਹਨੂੰ 36,000 ਰੁਪਏ ਉਹਨੇ ਮੋੜਿਆ ਵੀ ਇਹ ਤੇ ਅਗਲੀਆਂ ਪੈਣ ਵਾਲੀਆਂ ਵੋਟਾਂ ਦਾ ਮੁੱਲ ਮੋੜਨ ਦੀ ਗੱਲ ਕਰ ਰਿਹਾ। ਇਹ ਇੱਥੋਂ ਬੜਾ ਡਿਫਰੈਂਸ ਕਲੀਅਰ ਹੈ। ਉਹ ਇੰਡਸਟਰੀ ਦੀ ਗੱਲ ਕਰ ਰਿਹਾ, ਉਹ CLU ਦੀ ਗੱਲ ਕਰ ਰਿਹਾ, ਉਹ ਡਿਵੈਲਪਮੈਂਟ ਦੀ ਗੱਲ ਕਰ ਰਿਹਾ, ਉਹ ਪੀਣ ਵਾਲੇ ਪਾਣੀ ਦੀ ਗੱਲ ਕਰ ਰਿਹਾ, ਉਹ ਸਕੂਲ ਦੀ ਗੱਲ ਕਰ ਰਿਹਾ, ਉਹ ਹੈਲਥ ਸਿਸਟਮ ਦੀ ਗੱਲ ਕਰ ਰਿਹਾ। ਤੇ ਸਿਮਰਜੀਤ ਸਿੰਘ ਬੈਂਸ ਨੂੰ ਬੋਲਣ ਕੀ ਹੈ? ਸਿਮਰਜੀਤ ਸਿੰਘ ਬੈਂਸ ਛੱਡੋ, ਬਾਕੀ ਦੋਨੋਂ ਹੋਰ ਜਿਹੜੀਆਂ ਪਾਰਟੀਆਂ ਉਹਨਾਂ ਕੋਲ ਵੀ ਕੋਈ ਏਜੰਡਾ ਨਹੀਂ ਹੈ। ਇਮਾਨਦਾਰ ਸ਼ਖਸੀਅਤ ਹੈ। ਇੱਕ ਪਰਚਾ ਉਹਦੇ ਤੇ ਚੱਲਦਾ ਬੈਣੀਪਾਲ ਵਾਲਾ, ਉਹ ਵੀ ਇਸ ਸ਼ਖਸ ਦੀ ਬਦੌਲਤ ਹੈ, ਸਿਮਰਜੀਤ ਸਿੰਘ ਬੈਂਸ ਦੀ। ਇਹ ਧਮਕੀਆਂ ਦਿੰਦਾ ਹੈ ਵੀ ਹੋਮਗਾਰਡ ਤੋਂ ਡਰ ਜਾਂਦਾ ਹੈ। ਤੇ ਬੈਣੀਪਾਲ ਕੇਸ 'ਚ ਤੇਰੇ ਨਾਲ 10 ਮਹੀਨੇ ਜੇਲ੍ਹ ਕੌਣ ਰਹਿ ਕੇ ਆਇਆ? ਕਮਲਜੀਤ ਸਿੰਘ ਕੜਵਲ ਹੀ ਸੀ ਨਾ। ਉਸ ਤੋਂ ਇਲਾਵਾ ਇਹ ਗੱਲ ਕਰਦਾ ਵੀ ਇਹਨੇ ਵੀ ਦੁਸ਼ਮਣੀਆਂ ਪਵਾ ਦੇਣੀਆਂ। ਦੁਸ਼ਮਣੀ? ਤੂੰ ਕਿੱਡਾ ਵੱਡਾ ਡੌਨ ਹੈ, ਤੂੰ ਗੈਂਗਸਟਰ ਹੈ, ਲੋਕਾਂ ਨੂੰ ਦੱਸ ਵੀ ਮੈਂ ਗੈਂਗਸਟਰੀ ਕਰਨ ਆਇਆ ਜਾਂ ਡੌਨਗਿਰੀ ਕਰਨ ਆਇਆ। ਇਹ ਦੁਬਈ 'ਚ ਬੈਠੇ ਆ, ਤੂੰ ਲੋਕਾਂ ਨੂੰ ਧਮਕਾ ਰਿਹਾ, ਤੇਰੇ ਤੋਂ ਡਰਨ ਵਾਲੇ ਕੋਈ ਨਹੀਂ, ਤੂੰ ਕਿਸੇ ਨੂੰ ਕੀ ਡਰਾਉਣਾ? ਮੈਂ ਖੁਦ ਗਵਾਹ ਵਾਂ, ਤੂੰ ਆਪਣੇ ਨਾਲ ਗਇਆਂ ਦੇ ਲੱਗੇ ਪਰਚਿਆਂ ਦੇ ਵਿੱਚ ਕਿਸੇ ਦੀ ਜ਼ਮਾਨਤਾਂ ਤੱਕ ਨਹੀਂ ਕਰਾਈ, ਤੂੰ ਕਹਦੇ ਨਾ ਆਪਣੀਆਂ ਰਜਿਸਟਰੀਆਂ ਲਿਆਓ ਜੀ, ਵਕੀਲਾਂ ਨੂੰ ਪੈਸੇ ਤੱਕ ਦੇਣੇ। ਸੰਦੀਪ ਜੇ ਮੈਂ ਇੱਥੋਂ ਤੱਕ ਦੱਸ ਦਿਆਂ, ਅਗਰ ਕੋਈ ਬੰਦਾ ਐਬਸੈਂਟ ਰਹਿ ਜਾਂਦਾ ਉਹਦੀ ਕੋਈ ਐਪਲੀਕੇਸ਼ਨ ਦੇਣੀ ਪੈ ਜਾਂਦੀ ਸੀ, ਉਹਦਾ 100 ਰੁਪਈਆ ਵੀ ਉਹਨੂੰ ਖੁਦ ਜੇਬ 'ਚੋਂ ਦੇਣਾ ਪੈਂਦਾ ਸੀ। ਸਿਮਰਜੀਤ ਸਿੰਘ ਬੈਂਸ 100 ਰੁਪਈਆ ਤਾਂ ਕੀ ਦੇਣਾ, ਕਿਸੇ ਨੂੰ ਗੱਡੀ 'ਚ ਨਾਲ ਬਿਠਾ ਕੇ ਤਰੀਕ ਤਾਂ ਨਹੀਂ ਲੈ ਕੇ ਜਾਂਦਾ ਸੀਗਾ, ਜਿਵੇਂ ਬਲਾਚੌਰ ਦੀ ਤਰੀਕ ਸੀ, ਮੈਂ ਖੁਦ ਭੁਗਤਿਆ ਹੋਇਆ। ਇਹ ਕਿਸੇ ਦਾ ਸਹਾਇਕ ਹੀ ਹੋਊਗਾ। ਇਹ ਹੁਣ ਕੇਸ ਦੇ ਵਿੱਚ ਜਦੋਂ ਸਾਰਿਆਂ ਨੂੰ ਵਕੀਲ ਕਰਨੇ ਪੈਣੇ ਨੇ, ਜ਼ਮਾਨਤਾਂ ਲੈਣੀਆਂ ਪੈਣੀਆਂ, ਉਹਨਾਂ ਨੂੰ ਸਾਰਿਆਂ ਨੂੰ ਪਤਾ ਲੱਗ ਜਾਊਗਾ ਸਿਮਰਜੀਤ ਸਿੰਘ ਬੈਂਸ ਦਾ ਕਿਰਦਾਰ ਕੀ ਹੈ, ਬਲਵਿੰਦਰ ਸਿੰਘ ਬੈਂਸ ਦਾ ਕਿਰਦਾਰ ਕੀ ਹੈ। ਇਹ ਸਭ ਦਿਖਾਵੇ ਦੀ ਰਾਜਨੀਤੀ ਹੈ। ਉਹ ਦਿਖਾਵੇ ਦੀ ਰਾਜਨੀਤੀ ਹੁਣ ਟੁੱਟ ਗਈ। ਲੋਕਾਂ ਨੂੰ ਇੱਕ ਇਹਨਾਂ ਦੇ ਮੁਕਾਬਲੇ ਦੇ ਵਿੱਚ ਧਾਕੜ, ਇਮਾਨਦਾਰ, ਚੰਗੀ ਸੋਚ ਔਰ ਡਿਵੈਲਪਮੈਂਟ ਦੀ ਉਸਾਰੂ ਸੋਚ ਵਾਲਾ ਲੀਡਰ ਮਿਲ ਗਿਆ ਕਮਲਜੀਤ ਸਿੰਘ ਕੜਵਲ। ਉਹ ਇਸ ਲਈ ਉਹਦੇ ਨਾਲ ਨੇ। ਤਾਂ ਐਂਡ ਦੇ ਵਿੱਚ ਹੁਣ ਤੁਸੀਂ ਆਪਣੇ ਕੰਪੀਟੀਸ਼ਨ ਦੇ ਵਿੱਚ ਕਾਂਗਰਸ ਕਿਹਨੂੰ ਮੰਨਦੀ ਹੈ ਇਸ ਸੀਟ ਤੇ? ਕਾਂਗਰਸ ਮੇਰੇ ਹਿਸਾਬ ਨਾਲ ਤਾਂ ਕੰਪੀਟੀਸ਼ਨ ਕੋਈ ਰਹਿ ਹੀ ਨਹੀਂ ਗਿਆ। 20 ਤਰੀਕ ਵਾਲਾ ਦਿਨ ਤੁਸੀਂ ਖੁਦ ਗਵਾਹ ਬਣੋਗੇ, ਇਲਾਕੇ ਦੇ ਲੋਕ ਗਵਾਹ ਬਣਨਗੇ। ਵਨ ਸਾਈਡਡ ਵੋਟ ਚੱਲਣੀ ਹੈ ਕਮਲਜੀਤ ਸਿੰਘ ਕੜਵਲ ਦੇ ਹੱਕ 'ਚ। ਇੱਥੇ ਕੋਈ ਪਾਰਟੀ ਦੀ ਗੱਲ ਨਹੀਂ ਹੋ ਰਹੀ, ਇੱਥੇ ਇੱਕ ਇਮਾਨਦਾਰ ਬੰਦੇ ਦੀ ਗੱਲ ਹੋ ਰਹੀ ਹੈ। ਬਰਾਬਰ ਦੇ ਕੈਂਡੀਡੇਟਾਂ ਦੇ ਵਿੱਚੋਂ ਸਭ ਤੋਂ ਇਮਾਨਦਾਰ ਔਰ ਜੁਝਾਰੂ ਔਰ ਚੰਗੀ ਨੀਅਤ ਔਰ ਸੋਚ ਵਾਲਾ ਕਿਹੜਾ ਕੈਂਡੀਡੇਟ, ਉਹ ਗੱਲ ਹੋ ਰਹੀ ਹੈ। ਉਹ ਨਾ ਕਿਸੇ ਭਾਈਚਾਰੇ ਜਾਤਵਾਦ ਦੀ ਗੱਲ ਹੈ। ਇਹਨਾਂ ਨੇ ਪਿੱਛੇ ਦੇਖੋ ਵੋਟਾਂ ਲੈਣ ਖਾਤਰ ਜਾਤਵਾਦ ਦੀ ਗੱਲ ਕੀਤੀ, ਉਸ ਲੜਾਈ ਦੇ ਉੱਤੇ ਰਾਮਗੜੀਆ ਭਾਈਚਾਰੇ ਦੀ ਗੱਲ ਕਰਨ ਦੀ ਕੋਸ਼ਿਸ਼ ਕੀਤੀ, ਉਹਦੇ ਬਾਰੇ ਮਾੜੇ ਸ਼ਬਦ ਬੋਲਣੇ। ਜਦੋਂ ਮੈਂ ਪ੍ਰੈਸ ਕਾਨਫਰੰਸ ਕੀਤੀ ਉਹਨੂੰ ਪਤਾ ਲੱਗ ਗਿਆ, ਉਸ ਤੋਂ ਬਾਅਦ ਮੂੰਹ ਬੋਲਤੀ ਬੰਦ ਹੋ ਗਈ, ਕਿਉਂਕਿ ਇਹਨੂੰ ਪਤਾ ਨਹੀਂ ਸੀਗਾ ਵੀ ਜਿਹੜਾ ਜਗਮੀਤ ਸਿੰਘ ਨੋਨੀ ਹੈ ਉਹ ਖੁਦ ਰਾਮਗੜੀਆ ਭਾਈਚਾਰੇ 'ਚ ਵਿਆਹਿਆ ਹੋਇਆ। ਇਹਨੇ ਉਹ ਵੀ ਕੋਸ਼ਿਸ਼ ਕਰਨ ਦੀ ਕੋਸ਼ਿਸ਼ ਕੀਤੀ, ਇਹਨੇ ਗੁੰਡਾਗਰਦੀ ਕਰਕੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ, ਇਹਨੇ ਸਪੋਰਟਰਾਂ ਨੂੰ ਧਮਕਾਉਣ ਡਰਾਉਣ ਦੀ ਕੋਸ਼ਿਸ਼ ਕੀਤੀ। ਇਹਦੇ ਨਾਲ ਵੋਟਾਂ ਨਹੀਂ ਪੈਣੀਆਂ। ਲੋਕਾਂ ਦਾ ਮਨ ਬਣਿਆ ਹੋਇਆ, ਧੱਕੇ ਨਾਲ ਬੋਰਡ ਲਾਉਣ ਨਾਲ ਵੋਟ ਨਹੀਂ ਪੈਣੀ। ਹੁਣ ਦੇਖੋ ਤੁਸੀਂ ਇਹ ਵਿਹਲਾ ਤੁਰਿਆ ਫਿਰਦਾ ਰਿਕਸ਼ਿਆਂ 'ਤੇ ਬਹਿ ਕੇ ਡੋਰ ਟੂ ਡੋਰ ਕਰੀ ਜਾਂਦਾ, ਕਿਉਂਕਿ ਲੋਕ ਬੁਲਾਉਂਦੇ ਹੀ ਨਹੀਂ, ਲੋਕ ਮੀਟਿੰਗਾਂ ਨਹੀਂ ਕਰਦੇ। ਮੈਂ ਆਫ ਦਾ ਰਿਕਾਰਡ ਤੁਹਾਨੂੰ ਬੰਦਿਆਂ ਦੇ ਕਿਉਂਕਿ ਡਰਦੇ ਨੇ, ਵਪਾਰੀ ਆਦਮੀ ਡਰਦਾ, ਦੂਸਰਾ ਡਰਦਾ, ਉਹ ਉਹਦਾ ਫਰੰਟ ਆ ਕੇ ਗੱਲ ਨਹੀਂ ਕਰਦਾ। ਤੁਹਾਨੂੰ ਮੈਂ ਆਫ ਦਾ ਕੈਮਰਾ ਰਿਕਾਰਡਿੰਗ ਸੁਣਾ ਦੂੰਗਾ, ਲੋਕਾਂ ਨੂੰ ਮਿਹਨਤਾਂ ਕਰਦਾ ਮੇਰੀ ਮੀਟਿੰਗਾਂ ਕਰਾ ਲਓ, ਤੁਸੀਂ ਵੋਟ ਪਾਓ ਨਾ ਪਾਓ, ਤੁਸੀਂ ਮੇਰੀ ਮੀਟਿੰਗ ਕਰਾ ਦਿਓ। ਇਹ ਹਾਲਾਤ ਨੇ ਕਮਲਜੀਤ ਸਿੰਘ ਕੜਵਲ ਦੇ, ਸਿਮਰਜੀਤ ਸਿੰਘ ਬੈਂਸ ਦੇ। ਇਹ ਕਮਲਜੀਤ ਸਿੰਘ ਕੜਵਲ ਕਰਕੇ ਹੋਏ ਨੇ। ਉਹ ਕਿਉਂ? ਕਿਉਂਕਿ ਜਿਹੜੀ ਇਸ ਟੀਮ ਨੂੰ ਇਸ ਇਲਾਕੇ ਦੇ ਲੋਕਾਂ ਨੇ ਚੁਣਿਆ ਸੀ, ਉਹ ਡਿਵੈਲਪਮੈਂਟ ਲਈ ਚੁਣਿਆ ਸੀ। ਉਹ ਕਮਲਜੀਤ ਸਿੰਘ ਕੜਵਲ ਨੇ ਉਸ ਵਾਅਦੇ ਨੂੰ ਪੂਰਾ ਕੀਤਾ, ਇਸ ਲਈ ਉਹਨੂੰ ਚੁਣ ਰਹੇ ਨੇ। ਫੋਕੀ ਰਾਜਨੀਤੀ, ਚਵਲਾ ਮਾਰਨ ਦੀ ਰਾਜਨੀਤੀ, ਵੱਡੀਆਂ ਵੱਡੀਆਂ ਗੱਲਾਂ ਕਰਨੀਆਂ ਪੰਜਾਬ ਲੈਵਲ ਦੀਆਂ, 117 ਦੀ ਕਸਮ, ਭ੍ਰਸ਼ਟਾਚਾਰ ਖਤਮ। ਭ੍ਰਸ਼ਟਾਚਾਰੀ ਦੇ ਖੁਦ ਇੱਕ ਨੰਬਰ ਦਾ ਆਪਣੇ ਆਪ ਨੂੰ ਬਚਾਉਣ ਲਈ ਵੱਡੇ ਲੈਵਲ ਤੱਕ ਭ੍ਰਸ਼ਟਾਚਾਰ ਫੈਲਾ ਰਿਹਾ। ਇਹ ਤਾਂ ਹੀ ਬਾਹਰ ਹੈ।
ਹਰ ਬੰਦੇ ਨੂੰ ਸਮਝ ਹੈ, ਉਹ ਸਮਝਦਾ ਵੀ ਹੈ ਇਹ ਬਲਾਤਕਾਰ ਕੇਸ ਦੇ ਵਿੱਚ ਕਿਵੇਂ ਬਚ ਰਿਹਾ, ਇਹ ਜੇ 307 ਦੇ ਮੁਕੱਦਮੇ 'ਚੋਂ ਕਿਵੇਂ ਹਜੇ ਬਾਹਰ ਹੈ, ਇਹ ਸਭ ਭ੍ਰਿਸ਼ਟਾਚਾਰ ਦੀਆਂ ਗੱਲਾਂ ਨੇ, ਇਹ ਖੁਦ ਕਰਦਾ ਹੈ। ਫਿਰ 117 ਦੇ ਮੈਕੈਨਿਜ਼ਮ ਦੀਆਂ ਗੱਲਾਂ ਕਰਦਾ ਸੀ, ਕਿੱਥੇ ਨੇ ਇਹਦੇ 117 ਦੇ ਇੱਕ ਮੈਕੈਨਿਜ਼ਮ? ਖੁਦ ਲੁਧਿਆਣੇ ਸ਼ਹਿਰ ਦੇ ਵਿੱਚ ਇਹਦੇ ਕੋਲ 2 MLA ਨਹੀਂ ਖੜੇ ਕਰ ਹੋਏ, ਦੱਸੇ ਨਾ। ਫਿਰ ਇਹ ਗੱਲ ਕਰਦਾ ਵੀ ਮੈਂ ਮੁੱਖ ਮੰਤਰੀ ਬਣ ਜਾਊਗਾ, ਜਿਵੇਂ ਝਾਰਖੰਡ 'ਚ ਇੱਕ ਇਤਿਹਾਸ ਰਚਿਆ ਗਿਆ। ਤੂੰ ਜਿੱਤੇਗਾ ਤਾਂ ਭਰਾਵਾ ਤਾਂ ਕਰਨਗੇ ਤੈਨੂੰ ਮੁੱਖ ਮੰਤਰੀ ਬਣਾਉਣ ਨਾਲੋਂ ਦੂਜੇ ਪਾਰਟੀਆਂ ਵਾਲੇ ਆਪਣੀ ਦੁਬਾਰਾ ਬਾਈ ਇਲੈਕਸ਼ਨ 'ਚ ਵੀ ਵਿਸ਼ਵਾਸ ਕਰਨਗੇ, ਤੈਨੂੰ ਨਹੀਂ ਲੈਣਾ। ਕਿਉਂ? ਤੁਸੀਂ ਦੇਖ ਲਿਆ ਨਾ ਇਹਨੂੰ BJP ਵਾਲਿਆਂ ਨੇ ਇਸ ਵਾਰੀ ਲਿਆ, ਨਾ ਇਹਨੂੰ ਕਾਂਗਰਸ ਵਾਲਿਆਂ ਨੇ ਲਿਆ, ਨਾ ਇਹਨੂੰ ਅਕਾਲੀਆਂ ਨੇ ਮੂੰਹ ਲਾਇਆ, ਕਿਉਂਕਿ ਸਭ ਦੇ ਦਰਵਾਜ਼ਿਆਂ ਨੇ ਖੜਕਾ ਕੇ ਦੇਖ ਲਿਆ। ਇਹਨੂੰ ਮੂੰਹ ਦੀ ਖਾਣੀ ਪਈ ਹੈ, ਕਿਉਂਕਿ ਉਹਨਾਂ ਨੂੰ ਪਤਾ ਵੀ ਇਹ ਭੌਂਕਾ ਬੰਦਾ ਹੈ, ਇਹਦੇ ਪੱਲੇ ਕੁਛ ਨਹੀਂ, ਇਹਨੇ ਸਿਰਫ ਝੂਠ ਦੀ ਦੁਕਾਨ ਚਲਾਉਣੀ ਹੈ, ਭੌਂਕ ਕੇ ਲੋਕਾਂ ਦੇ ਨਿਆਣਿਆਂ ਨੂੰ ਹੱਥਾਂ 'ਚ ਡਾਂਗਾ ਫੜਾਉਣੀਆਂ ਨੇ। ਇਹ ਬੱਬਰ ਸ਼ੇਰ ਦੀਆਂ ਫੋਟੋਆਂ ਲਾਈ ਫਿਰਦੇ ਨੇ। ਉਹਨਾਂ ਨੂੰ ਦੱਸਦੇ ਆ, ਬੱਬਰ ਸ਼ੇਰ ਜਿਹੜਾ ਹੁੰਦਾ ਨਾ, ਇੱਕ ਨਿਰਦਈ ਜਾਨਵਰ ਹੁੰਦਾ, ਉਹ ਆਪਣੇ ਤੋਂ ਕਮਜ਼ੋਰ ਦਾ ਸ਼ਿਕਾਰ ਕਰਦਾ ਹੈ। ਇਹ ਵੀ ਇਹੀ ਕੰਮ ਕਰਦਾ ਹੈ, ਖੁਦ ਪਿੱਛੇ ਖੜਾ ਹੋ ਜਾਂਦਾ, ਨੌਜਵਾਨਾਂ ਦੇ ਹੱਥ 'ਚ ਡਾਂਗਾ ਫੜਾ ਦਿੰਦਾ ਵੀ ਅੱਗੇ ਹੋ ਕੇ ਲੜੋ। ਉਹ ਸਾਰਿਆਂ ਨੇ ਸਾਰੀਆਂ ਵੀਡੀਓ 'ਚ ਦੇਖ ਲਏ, ਇਹ ਆਪਣੇ ਆਪ ਨੂੰ ਬੱਬਰ ਸ਼ੇਰ ਬੰਦੇ ਨੇ। ਇਹ ਹੈ ਜਾਂ ਨਹੀਂ ਹੈਗਾ? ਮੈਂ ਲੋਕਾਂ ਨੂੰ ਕਹਿਣਾ ਚਾਹੁੰਦਾ, ਇਹਦੇ ਪੱਲੇ ਕੱਖ ਨਹੀਂ ਹੈਗਾ। ਜੇ ਆਪਣੇ ਸੋਚਦਾ ਬੱਬਰ ਸ਼ੇਰ, ਤਾਂ ਸਾਨੂੰ ਵੀ ਸ਼ੇਰ ਦਾ ਸ਼ਿਕਾਰ ਕਰਨਾ ਆਉਂਦਾ। ਅਸੀਂ ਵੀ ਭੇਡਾਂ ਜਾਂ ਚਿੜੀਆਂ ਦਾ ਸ਼ਿਕਾਰ ਨਹੀਂ ਕਰਦੇ, ਸ਼ੇਰ ਦਾ ਸ਼ਿਕਾਰ ਹੀ ਕਰਦੇ ਹਾਂ। ਇਹਦੇ ਤੋਂ ਡਰਨ ਜਾਂ ਘਬਰਾਉਣ ਦੀ ਲੋੜ ਨਹੀਂ। 20 ਫਰਵਰੀ ਨੂੰ ਚੋਣ ਨਿਸ਼ਾਨ ਪੰਜਾ, ਕਮਲਜੀਤ ਸਿੰਘ ਕੜਵਲ ਦੇ ਚੋਣ ਨਿਸ਼ਾਨ 'ਤੇ ਮੋਹਰ ਲਾਓ, ਅਤੇ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰਾਂ ਜਿੰਨੀਆਂ ਮਰਜ਼ੀ ਹੋਣ, ਉਸ ਇਨਸਾਨ ਦੀ ਮਿਹਨਤ ਤੁਹਾਡੇ ਹਲਕੇ ਦੀ ਡਿਵੈਲਪਮੈਂਟ ਨੂੰ ਉਹ ਬੋਰ ਪਾਏਗੀ। ਤੁਸੀਂ ਆਪਣੇ ਆਪ ਨੂੰ ਕਹੋਗੇ ਅਸੀਂ ਸਰਾਭਾ ਨਗਰ ਜਾਂ BRS ਨਗਰ ਦੇ ਵਾਸੀ ਹਾਂ। ਧੰਨਵਾਦ ਜੀ। ਸੋ ਦੋਸਤੋ, ਇਹ ਸੀਗੇ ਜਸਵਿੰਦਰ ਰਾਜਾ ਜੀ, ਜਿਨ੍ਹਾਂ ਨੂੰ ਅਸੀਂ ਸਿੱਧੀ ਗੱਲਾਂ ਪੁੱਛੀਆਂ ਕਿ ਹੁਣ ਅੱਜ ਦੇ ਟਾਈਮ 'ਚ ਜਿਹੜੀ ਵੀਡੀਓ ਵਾਇਰਲ ਹੋ ਰਹੀ ਸੀ ਉਹਨੂੰ ਲੈ ਕੇ ਤਿੱਖੇ ਕੁਐਸਚਨ ਵੀ ਕੀਤੇ ਹੈ। ਸੋ ਜੋ ਇਹਨਾਂ ਨੇ ਜਵਾਬ ਦਿੱਤਾ ਹੈ, ਤੇ ਜੋ ਇਹਨਾਂ ਦਾ ਕੜਵਲ ਨੂੰ ਲੈ ਕੇ ਕਹਿਣਾ ਸੀ, ਜੋ ਬਹਿਸ ਨੂੰ ਲੈ ਕੇ ਕਹਿਣਾ ਸੀ, ਉਹ ਵੀ ਤੁਹਾਡੇ ਨਾਲ ਸਾਂਝਾ ਕੀਤਾ ਹੈ। ਸੋ ਇੱਦਾਂ ਹੀ ਵੱਖ-ਵੱਖ ਮੁੱਦਿਆਂ 'ਤੇ ਰੂਬਰੂ ਹੁੰਦੇ ਰਹਾਂਗੇ। ਦੇਖਦੇ ਰਹੋ, ਬਣੇ ਰਹੋ ਜਨ ਹਿਤੈਸ਼ੀ। ਧੰਨਵਾਦ।